ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਆਪ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਆਪਾਂ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਜਿਹੜਾ ਪਿਛਲਾ ਸ਼ਬਦ ਵਿਚਾਰਿਆ ਸੀ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਓ ਭਰਿਆ। ਅੱਜ ਉਸ ਤੋਂ ਅਗਲੇਰੇ ਸ਼ਬਦਾਂ ਦੀ ਵਿਚਾਰ ਕਰਨੀ ਹੈ। ਤੋ ਆਓ ਜਿੰਨੇ ਵੀ ਸਰੀਰ ਜੁੜ ਬੈਠੇ ਹਾਂ, ਸਤਿਗੁਰਾਂ ਦੀ ਬਖਸ਼ੀ ਫਤਿਹ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ ਅੱਜ ਦੋ ਬਚਨਾਂ ਦੀ ਵਿਚਾਰ ਆਪਾਂ ਕਰਾਂਗੇ। ਇੱਕ ਸ਼ਬਦ ਜਿਹੜਾ ਆਪਾਂ ਪੜ੍ਹਦੇ ਹਾਂ, ਸੋ ਪੁਰਖ, ਔਰ ਇਸ ਤੋਂ ਅਗਲਾ ਸ਼ਬਦ ਹੈ, ਤੂੰ ਕਰਤਾ ਸਚਿਆਰ ਮੈਡਾ ਸਾਈਂ। ਦੋਨੋਂ ਸ਼ਬਦ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਨ। ਤੋ ਆਓ ਸਾਧ ਸੰਗਤ ਇਹਨਾਂ ਬਚਨਾਂ ਦੀ ਵਿਚਾਰ ਆਰੰਭ ਕਰਨੀ ਹੈ। ਜਿੰਨੇ ਵੀ ਸਰੀਰ ਜੁੜ ਬੈਠੇ ਹਾਂ, ਆਪਣੀ ਰਸਨਾ ਨੂੰ ਪਵਿੱਤਰ ਕਰੀਏ, ਸੁਰਤ ਸਤਿਗੁਰਾਂ ਦੇ ਚਰਨਾਂ 'ਤੇ ਜੋੜੀਏ ਔਰ ਸਾਰੇ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ। ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਹੈ। ਆਸਾ ਰਾਗ ਦੇ ਅੰਦਰ ਇਹ ਬਚਨ ਗਾਇਨ ਕੀਤਾ ਹੋਇਆ। ਤੋ ਜਿੱਥੇ ਆਪਾਂ ਇਹ ਸ਼ਬਦ ਰਹਿਰਾਸ ਸਾਹਿਬ ਦੇ ਵਿੱਚ ਇੱਥੇ ਪੜ੍ਹ ਰਹੇ ਹਾਂ, ਉੱਥੇ ਥੋੜ੍ਹੇ ਜਿਹੇ ਪਾਠ ਅੰਤਰ ਪਾਠ ਭੇਦ ਦੇ ਨਾਲ ਆਪਾਂ ਆਸਾ ਰਾਗ ਦੇ ਵਿੱਚ ਵੀ ਇਹ ਸ਼ਬਦ ਪੜ੍ਹਾਂਗੇ। ਚੌਥੇ ਪਾਤਸ਼ਾਹ ਦਾ ਇਹ ਬਚਨ ਹੈ ਔਰ ਇਸ ਬਚਨ ਦਾ ਸਿਰਲੇਖ ਮਹਾਰਾਜ ਨੇ ਦਿੱਤਾ, ਸੋ ਪੁਰਖ। ਜਿਵੇਂ ਆਪਾਂ ਇਸ ਤੋਂ ਪਹਿਲਾਂ ਇੱਕ ਸ਼ਬਦ ਵਿਚਾਰਿਆ ਸੀ ਰਹਿਰਾਸ ਸਾਹਿਬ ਦੇ ਅੰਦਰ ਹੀ, ਸੋ ਦਰ, ਉਹ ਉੱਥੇ ਸਿਰਲੇਖ ਸੀ ਸੋ ਦਰ। ਉੱਥੇ ਉਹ ਪਰਮਾਤਮਾ ਦੇ ਦਰ ਦੇ ਬਾਰੇ ਸਤਿਗੁਰੂ ਜੀ ਨੇ ਰਹਿਮਤ ਫਰਮਾਈ ਸੀ। ਹੁਣ ਸੋ ਪੁਰਖ ਹੈ। ਤੋ ਇੱਥੇ ਸੋ ਪੁਰਖ ਸਿਰਲੇਖ ਹੇਠ ਇਹ ਸਾਰਾ ਸ਼ਬਦ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ, ਇਹ ਮੰਗਲਾਚਰਨ ਹੈ। ਪਰਮਾਤਮਾ ਇੱਕ ਹੈ ਔਰ ਇੱਕ ਰਸ ਵਿਆਪਕ ਹੈ। ਸਤਿਗੁਰ ਪ੍ਰਸਾਦ, ਫਿਰ ਉਹ ਇੱਕ ਪਰਮਾਤਮਾ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਜੀ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਹੁਣ ਇਸ ਸ਼ਬਦ ਦੀ ਪ੍ਰਾਰੰਭਤਾ ਸਤਿਗੁਰੂ ਜੀ ਕਰਦੇ ਨੇ, ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਪੁਰਖ ਦਾ ਅਰਥ ਹੁੰਦਾ ਹੈ, ਕਿਉਂਕਿ ਇੱਥੇ ਖੱਖੇ ਨੂੰ ਔਂਕੜ ਹੈ, ਪੁਰਖ। ਪੁਰਖ ਦਾ ਅਰਥ ਹੈ ਸਰਬ ਵਿਆਪਕ। ਜਿਵੇਂ ਮੂਲ ਮੰਤਰ ਦੇ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ, ਕਰਤਾ ਪੁਰਖ, ਉੱਥੇ ਕਰਤਾ ਦਾ ਅਰਥ ਹੈ ਸਭ ਨੂੰ ਸਾਜਣ ਵਾਲਾ, ਬਣਾਉਣ ਵਾਲਾ। ਅਤੇ ਪੁਰਖ ਦਾ ਅਰਥ ਹੈ ਜਿਹੜੀ ਵੀ ਚੀਜ਼ ਵਾਹਿਗੁਰੂ ਜੀ ਨੇ ਬਣਾਈ ਹੈ ਉਹਦੇ ਵਿੱਚ ਉਹ ਆਪ ਟਿਕਿਆ ਹੋਇਆ ਹੈ। ਤੋ ਇਸ ਸ਼ਬਦ ਦੇ ਵਿੱਚ ਉਸੇ ਪੁਰਖ ਸ਼ਬਦ ਦੀ ਹੀ ਮਹਾਰਾਜ ਜੀ ਨੇ ਜਿਹੜੀ ਵਿਆਖਿਆ ਕੀਤੀ ਹੋਈ ਹੈ ਕਿ ਉਹ ਪਰਮਾਤਮਾ ਕਿਵੇਂ ਵਿਆਪਕ ਹੈ। ਤੋ ਸਤਿਗੁਰੂ ਜੀ ਨੇ ਫਿਰ ਜਦੋਂ ਉਹਦੀ ਵਿਆਪਕਤਾ ਬਾਰੇ ਦੱਸਿਆ ਹੈ ਤਾਂ ਮਹਾਰਾਜ ਨਾਲ ਹੀ ਇਹ ਸਪਸ਼ਟ ਕਰ ਦਿੰਦੇ ਹੈ ਕਿ ਭਾਵੇਂ ਉਹ ਪਰਮਾਤਮਾ ਸਾਰੇ ਜੀਵਾਂ ਦੇ ਵਿੱਚ ਰਹਿੰਦਾ ਹੈ, ਪਰ ਇਹ ਨਾ ਸੋਚ ਲਿਓ ਵੀ ਕਿਤੇ ਪਰਮਾਤਮਾ ਜੀਵਾਂ ਦੇ ਵਿੱਚ ਰਹਿ ਕੇ, ਪਦਾਰਥਾਂ ਦੇ ਵਿੱਚ ਰਹਿ ਕੇ ਪਦਾਰਥਵਾਦੀ ਅਤੇ ਮਾਇਆਧਾਰੀ ਹੋ ਗਿਆ। ਨਹੀਂ ਨਹੀਂ, ਮਹਾਰਾਜ ਕਹਿੰਦੇ ਸੋ ਪੁਰਖ ਨਿਰੰਜਨ, ਉਹ ਪਰਮਾਤਮਾ ਜਿਹੜਾ ਸਾਰੀਆਂ ਥਾਵਾਂ 'ਤੇ ਵਿਆਪਕ ਹੈ, ਹਰ ਇੱਕ ਜੀਵ ਦੇ ਅੰਦਰ ਸਮਾਇਆ ਹੋਇਆ ਹੈ
ਮਹਾਰਾਜ ਕਹਿੰਦੇ ਫਿਰ ਉਹ ਨਿਰੰਜਨ ਹੈ। ਨਿਰੰਜਨ ਤੋਂ ਭਾਵ ਅੰਜਨ ਤੋਂ ਰਹਿਤ। ਅੰਜਨ ਸੁਰਮੇ ਨੂੰ ਕਹਿੰਦੇ ਆ, ਸੁਰਮਾ ਕਾਲੇ ਰੰਗ ਦਾ ਹੁੰਦਾ ਹੈ, ਭਾਵ ਇੱਥੇ ਮਾਇਆ ਦਾ ਭਾਵ ਇੱਥੇ ਲਿਆ ਹੋਇਆ ਹੈ। ਨਿਰੰਜਨ, ਅੰਜਨ ਤੋਂ ਰਹਿਤ, ਮਾਇਆ ਤੋਂ ਰਹਿਤ। ਉਹ ਪਰਮਾਤਮਾ ਸਾਰੀਆਂ ਥਾਵਾਂ 'ਤੇ ਵਿਆਪਕ ਹੈ, ਪਰ ਮਾਇਆ ਦੇ ਅਧੀਨ ਨਹੀਂ। ਉਹ ਮਾਇਆ ਤੋਂ ਨਿਰਲੇਪ ਹੈ, ਮਾਇਆ ਤੋਂ ਰਹਿਤ ਹੈ। ਉਹਨੂੰ ਮਾਇਆ ਪ੍ਰਭਾਵ ਨਹੀਂ ਪਾ ਸਕਦੀ, ਉਹ ਆਜ਼ਾਦ ਹੈ। ਮਹਾਰਾਜ ਕਹਿੰਦੇ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਉਹ ਜਿਹੜਾ ਵਾਹਿਗੁਰੂ ਜੀ ਹਰੀ ਪਰਮਾਤਮਾ ਹੈ, ਸਾਰੀਆਂ ਥਾਵਾਂ 'ਤੇ ਵਿਆਪਕ ਹੈ। ਉਹ ਮਾਇਆ ਤੋਂ ਰਹਿਤ ਹੈ, ਉਹ ਮਾਇਆ ਦੇ ਅਧੀਨ ਨਹੀਂ। ਉਹਨੂੰ ਮਾਇਆ ਦਾ ਕੋਈ ਦਾਗ ਨਹੀਂ ਲੱਗਦਾ। ਉਹ ਸਾਰੀਆਂ ਜੀਵਾਂ, ਹਰ ਇੱਕ ਚੀਜ਼ ਦੇ ਵਿੱਚ ਵਸ ਕੇ ਵੀ ਉਹਨਾਂ ਤੋਂ ਨਿਰਲੇਪ ਹੀ ਰਹਿੰਦਾ ਹੈ। ਉਹ ਚੋਰ ਦੇ ਵਿੱਚ ਵਸਿਆ ਹੋਇਆ, ਪਰ ਚੋਰ ਦੇ ਵਿੱਚ ਹੋ ਕੇ ਪਰਮਾਤਮਾ ਚੋਰ ਨਹੀਂ ਹੈ, ਉਹ ਨਿਰਲੇਪ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਉਹ ਸੰਤਾਂ ਦੇ ਅੰਦਰ ਵੀ ਹੈ, ਉਹ ਚੋਰਾਂ ਦੇ ਅੰਦਰ ਵੀ ਹੈ, ਉਹ ਰੁੱਖਾਂ ਦੇ ਅੰਦਰ ਵੀ ਹੈ, ਉਹ ਹਰ ਜੀਵ ਦੇ ਅੰਦਰ ਵੀ ਹੈ, ਪਰ ਹਰ ਕਿਸੇ ਦੇ ਵਿੱਚ ਸਮਾ ਕੇ ਵੀ ਉਹ ਮਾਇਆ ਤੋਂ ਨਿਰਲੇਪ ਹੈ, ਉਹ ਅੰਜਨ ਤੋਂ ਰਹਿਤ ਹੈ। ਹਰ ਅਗਮਾ ਅਗਮ ਅਪਾਰਾ, ਫਿਰ ਉਹ ਅਪਹੁੰਚ ਹੈ। ਉਹਦੇ ਤੱਕ ਸਾਡੇ ਬੁੱਧੀ ਦੀ ਪਹੁੰਚ ਨਹੀਂ ਹੋ ਸਕਦੀ। ਹੁਣ ਜੇ ਕੋਈ ਕਵੇ ਵੀ ਉਹ ਜੇ ਸਾਡੇ ਵਿੱਚ ਵੱਸਦਾ ਹੈ, ਫਿਰ ਤਾਂ ਅਸੀਂ ਉਹਨੂੰ ਪਕੜ ਲਵਾਂਗੇ। ਮਹਾਰਾਜ ਕਹਿੰਦੇ ਨਹੀਂ ਨਹੀਂ, ਭਾਵੇਂ ਉਹ ਸਾਡੇ ਵਿੱਚ ਵੱਸ ਰਿਹਾ ਹੈ, ਪਰ ਮਾਇਆ ਤੋਂ ਰਹਿਤ ਵੀ ਹੈ, ਔਰ ਦੂਜਾ ਫਿਰ ਵੀ ਉਹ ਪਹੁੰਚ ਤੋਂ ਪਰੇ ਹੈ, ਭਾਵ ਉਹ ਸਾਡੀ ਬੁੱਧੀ ਦੀ ਪਕੜ ਦੇ ਵਿੱਚ ਨਹੀਂ ਆ ਸਕਦਾ। ਉਹ ਅਪਾਰ ਹੈ, ਉਹ ਬੇਅੰਤ ਹੈ ਜੀ। ਸਭ ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਹੇ ਸਦੀਵੀ ਰਹਿਣ ਵਾਲੇ ਹਰੀ ਪਰਮਾਤਮਾ, ਸਭ ਨੂੰ ਸਿਰਜਣ ਵਾਲੇ ਸਿਰਜਣਹਾਰ ਪਰਮਾਤਮਾ ਜੀ, ਸਾਰੇ ਤੈਨੂੰ ਹੀ ਧਿਆ ਰਹੇ ਨੇ, ਸਾਰੇ ਤੈਨੂੰ ਹੀ ਧਿਆ ਰਹੇ ਨੇ। ਠੀਕ ਹੈ, ਕੋਈ ਸਿੱਧੇ ਤੌਰ 'ਤੇ ਵਾਹਿਗੁਰੂ ਵਾਹਿਗੁਰੂ ਨਹੀਂ ਜਾਪ ਰਿਹਾ ਹੋਵੇਗਾ, ਪਰ ਕਿਉਂਕਿ ਤੂੰ ਸੋ ਪੁਰਖ ਹੈ ਨਾ, ਹਰ ਕਿਸੇ 'ਚ ਸਮਾਇਆ ਹੋਇਆ ਹੈ, ਜੇ ਉਹ ਜੀਵਾਂ ਨੂੰ ਵੀ ਚੇਤੇ ਕਰ ਰਹੇ ਆ, ਉਹਨਾਂ ਵਿੱਚ ਵੀ ਤੂੰ ਵਿਆਪਕ ਹੈ ਸਤਿਗੁਰੂ ਜੀ, ਪਰਮਾਤਮਾ ਜੀ। ਤੋ ਇਸ ਪ੍ਰਕਾਰ ਕਿਸੇ ਨਾ ਕਿਸੇ ਢੰਗ ਦੇ ਨਾਲ ਤਾਂ ਤੈਨੂੰ ਧਿਆਇਆ ਹੀ ਜਾ ਰਿਹਾ ਹੈ। ਜੇ ਕੋਈ ਕੁਦਰਤ ਚੇਤੇ ਕਰ ਰਿਹਾ ਹੈ ਤਾਂ ਕੁਦਰਤ ਵੀ ਤੇਰਾ ਹੀ ਰੂਪ ਹੈ। ਜੇ ਕੋਈ ਜੀਵਾਂ ਨੂੰ ਚੇਤੇ ਕਰ ਰਿਹਾ ਹੈ, ਜੀਵ ਵੀ ਤੇਰਾ ਹੀ ਰੂਪ ਨੇ। ਤੋ ਇਸ ਪ੍ਰਕਾਰ ਕਈ ਮਹਾਨ ਪੁਰਸ਼ ਐਸੇ ਹੁੰਦੇ ਆ ਜਿਹੜੇ ਫਿਰ ਸਿੱਧਾ ਚਿੱਤ ਉਸ ਨਿਰਗੁਣ ਸਰੂਪ ਪਰਮਾਤਮਾ ਨਾਲ ਹੀ ਜੋੜ ਲੈਂਦੇ ਆ। ਤੋ ਮਹਾਰਾਜ ਕਹਿੰਦੇ ਹੇ ਪਰਮਾਤਮਾ ਜੀ, ਸਾਰੇ ਤੈਨੂੰ ਧਿਆ ਰਹੇ ਹਨ, ਸਾਰੇ ਤੈਨੂੰ ਹੀ ਧਿਆ ਰਹੇ ਹਨ ਜੀ। ਸਭ ਜੀਏ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ। ਸਾਰੇ ਜੀਵ ਤੇਰੇ ਹਨ ਵਾਹਿਗੁਰੂ ਜੀ, ਤੇ ਤੂੰ ਸਾਰੇ ਜੀਆਂ ਦਾ ਦਾਤਾ ਹੈ। ਹਰ ਧਿਆਵ ਹੋ ਸੰਤ ਹੋ ਜੀ, ਸਭ ਦੁੱਖ ਵਿਸਾਰਨਹਾਰਾ। ਹੇ ਸੰਤ ਜਨੋ, ਉਸ ਪਰਮਾਤਮਾ ਨੂੰ ਧਿਆਉਣਾ ਕਰੋ, ਕਿਉਂਕਿ ਉਹ ਪਰਮਾਤਮਾ ਸਾਰੇ ਦੁੱਖਾਂ ਨੂੰ ਵਿਸਾਰਨ ਵਾਲਾ, ਦੁੱਖ ਦੂਰ ਕਰਨ ਵਾਲਾ ਹੈ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਉਹ ਪਰਮਾਤਮਾ ਆਪ ਹੀ ਠਾਕੁਰ ਭਾਵ ਮਾਲਕ ਹੈ, ਆਪ ਹੀ ਸੇਵਕ ਹੈ, ਕਿਉਂਕਿ ਹਰ ਥਾਂ 'ਤੇ ਉਹ ਵਿਆਪਕ ਹੈ ਨਾ। ਮਾਲਕ ਵੀ ਉਹ ਆਪ ਹੀ ਹੈ, ਸੇਵਕ ਵੀ ਉਹ ਆਪ ਹੀ ਹੈ। ਤੇ ਮਹਾਰਾਜ ਕਹਿੰਦੇ ਵੀ ਇਹ ਜੀਵ ਵਿਚਾਰੇ ਕੀ ਹਨ, ਇਸ ਜੀਵ ਦੀ ਕੀ ਹਸਤੀ ਹੈ, ਇਹ ਜੀਵ ਕੀ ਪਾਇਆ ਰੱਖਦੇ ਹਨ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਹੇ ਵਾਹਿਗੁਰੂ ਜੀ, ਤੂੰ ਹਰ ਥਾਂ 'ਤੇ ਮੌਜੂਦ ਹੈ, ਘਟ ਘਟ ਅੰਤਰ ਸਰਬ ਨਿਰੰਤਰ, ਤੇ ਇੱਕ ਰਸ ਮੌਜੂਦ ਹੈ। ਇਹ ਨਹੀਂ ਵੀ ਇੱਥੇ ਹੈਗਾ ਤੇ ਅੱਗੇ ਜਾ ਕੇ ਉਹ ਨਹੀਂ ਹੈਗਾ। ਤੂੰ ਹਰ ਥਾਂ 'ਤੇ ਮੌਜੂਦ ਹੈ, ਹਰੇਕ ਸਰੀਰ ਦੇ ਵਿੱਚ ਵਿਆਪਕ ਹੈ, ਤੇ ਇੱਕ ਰਸ ਵਿਆਪਕ ਹੈ, ਤੇ ਹਰ ਏਕੋ ਪੁਰਖ ਸਮਾਣਾ, ਤੇ ਇੱਕੋ ਆਪ ਹੀ ਆਪ ਹਰ ਥਾਂ 'ਤੇ ਸਮਾਇਆ ਹੋਇਆ ਹੈ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਕਈ ਦਾਤੇ ਬਣੇ ਹੋਏ ਹਨ ਤੇ ਕਈ ਭਿਖਾਰੀ ਹਨ। ਕੋਈ ਵੰਡ ਰਿਹਾ, ਕੋਈ ਦਾਨ ਕਰ ਰਿਹਾ, ਤੇ ਕੋਈ ਭਿਖਾਰੀ ਬਣ ਕੇ ਭੀਖ ਮੰਗ ਰਿਹਾ। ਮਹਾਰਾਜ, ਭਾਵੇਂ ਕੋਈ ਇੱਥੇ ਦਾਤਾ ਹੈ ਤੇ ਭਾਵੇਂ ਭਿਖਾਰੀ ਹੈ, ਪਰ ਸਾਰੇ ਇਹ ਤੇਰੇ ਹੀ ਕੌਤਕ ਨੇ, ਇਹ ਸਾਰੇ ਅਸਚਰਜ ਤਮਾਸ਼ੇ ਤੇਰੇ ਹੀ ਹਨ ਜੀ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋ ਤੁਧ ਬਿਨ ਅਵਰ ਨਾ ਜਾਣਾ। ਹੇ ਵਾਹਿਗੁਰੂ ਜੀ, ਤੂੰ ਆਪ ਹੀ ਦਾਤਾ ਹੈ ਤੇ ਆਪ ਹੀ ਉਹਨਾਂ ਦਾਤਾਂ ਨੂੰ ਵਰਤਣ ਵਾਲਾ ਹੈ।
ਜਿਹੜੇ ਜੀਵ ਉਹਨਾਂ ਦਾਤਾਂ ਨੂੰ ਵਰਤ ਰਹੇ ਹਨ ਉਹ ਜੀਵ ਵੀ ਤੇਰਾ ਹੀ ਰੂਪ ਹਨ। ਤੋ ਤੂੰ ਆਪ ਹੀ ਦਾਤਾ ਹੈ, ਆਪ ਹੀ ਦਾਤਾਂ ਦੇ ਰਿਹਾ ਹੈ ਤੇ ਆਪ ਹੀ ਉਹਨਾਂ ਦਾਤਾਂ ਨੂੰ ਵਰਤ ਰਿਹਾ ਹੈ। ਭਾਵ ਹਰ ਥਾਂ ਤੇ ਤੂੰ ਹੀ ਤੂੰ ਮੌਜੂਦ ਹੈ। ਹੋਂ ਤੁਧ ਬਿਨ ਅਵਰ ਨਾ ਜਾਣਾ। ਤੇ ਸਤਿਗੁਰੂ ਜੀ ਕਹਿੰਦੇ ਨੇ, ਇਹ ਪ੍ਰਮਾਤਮਾ ਮੈਂ ਤੇਰੇ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ, ਕਿਉਂਕਿ ਹਰ ਥਾਂ ਤੇ ਮੈਨੂੰ ਤੂੰ ਹੀ ਮੌਜੂਦ ਦਿਸਦਾ ਹੈ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਹੇ ਪਾਰ ਬ੍ਰਹਮ ਵਾਹਿਗੁਰੂ ਜੀ, ਤੂੰ ਬੇਅੰਤ ਹੈ, ਬੇਅੰਤ ਹੈ, ਤੇਰਾ ਕੋਈ ਅੰਤ ਨਹੀਂ ਪੈ ਸਕਦਾ। ਤੇਰੇ ਕਿਆ ਗੁਣ ਆਖ ਵਖਾਣਾ, ਤੇ ਕਿਹੜੇ ਗੁਣ ਮੈਂ ਤੇਰੇ ਵਖਿਆਨ ਕਰਾਂ, ਕਿਉਂਕਿ ਮੈਂ ਆਪਣੀ ਰਸਨਾ ਤੋਂ ਮੁਕੰਮਲ ਤੌਰ ਤੇ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ, ਕਿਉਂਕਿ ਤੂੰ ਹੈ ਹੀ ਬੇਅੰਤ। ਜੇ ਅੰਤ ਪੈ ਸਕਦਾ ਹੁੰਦਾ ਤਾਂ ਸਾਰੇ ਦੇ ਸਾਰੇ ਤੇਰੇ ਗੁਣ ਦੱਸ ਸਕਦਾ, ਪਰ ਮਹਾਰਾਜ ਤੂੰ ਹੈ ਹੀ ਬੇਅੰਤ, ਇਸ ਕਰਕੇ ਤੇਰਾ ਕਿਹੜਾ ਕਿਹੜਾ ਗੁਣ ਮੈਂ ਗਾ ਕੇ ਦੱਸਾਂ। ਜੋ ਸੇਵ ਹੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਹੇ ਵਾਹਿਗੁਰੂ ਜੀ, ਜਿਹੜੇ ਮਨੁੱਖ ਤੈਨੂੰ ਸੇਵਦੇ ਹਨ, ਤੈਨੂੰ ਯਾਦ ਕਰਦੇ ਹਨ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਹਰ ਧਿਆਵ ਹੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਹੇ ਵਾਹਿਗੁਰੂ ਜੀ, ਜਿਹੜੇ ਵੀ ਤੈਨੂੰ ਧਿਆਉਂਦੇ ਹਨ, ਜਿਹੜੇ ਵੀ ਤੈਨੂੰ ਧਿਆਉਂਦੇ ਹਨ, ਉਹ ਜੀਵ ਫਿਰ ਇਸ ਜਗਤ ਦੇ ਵਿੱਚ ਸੁੱਖਾਂ ਭਰੀ ਜ਼ਿੰਦਗੀ ਬਤੀਤ ਕਰਦੇ ਹਨ। ਇਹਨੂੰ ਸਮਝਣ ਦਾ ਯਤਨ ਕਰਿਓ ਸਾਧ ਸੰਗਤ। ਜਿਨ੍ਹਾਂ ਨੇ ਵੀ ਵਾਹਿਗੁਰੂ ਨੂੰ ਧਿਆਇਆ ਹੈ ਉਹ ਸਦੀਵੀ ਸੁੱਖ ਦੇ ਵਿੱਚ ਰਹਿੰਦੇ ਹਨ, ਤੇ ਸਦੀਵੀ ਸੁੱਖ ਦਾ ਭਾਵ ਬਾਹਰਮੁਖੀ ਪਦਾਰਥ ਨਹੀਂ। ਜਿਨ੍ਹਾਂ ਨੇ ਤੈਨੂੰ ਧਿਆਇਆ ਹੈ ਉਹ ਤਾਂ ਕੱਖਾਂ ਦੀ ਕੁੱਲੀ 'ਚ ਰਹਿ ਕੇ ਵੀ ਸੁਖੀ ਰਹਿੰਦੇ ਹਨ। ਜਿਨ੍ਹਾਂ ਨੇ ਤੈਨੂੰ ਧਿਆਉਣਾ ਕੀਤਾ ਉਹਨਾਂ ਦੀਆਂ ਖੋਪੜੀਆਂ ਲਾਹ ਦਿੱਤੀਆਂ ਗਈਆਂ, ਪਰ ਉਹ ਫਿਰ ਵੀ ਸੁਖੀ ਰਹਿੰਦੇ ਹਨ। ਤੋ ਇਸ ਕਰਕੇ ਵਾਹਿਗੁਰੂ ਜੀ, ਜਿਹੜੇ ਵੀ ਤੈਨੂੰ ਧਿਆਉਂਦੇ ਹਨ ਉਹ ਜੀਵ ਸਦਾ ਇਸ ਜਗਤ ਦੇ ਵਿੱਚ ਸੁੱਖਾਂ ਭਰੀ ਜ਼ਿੰਦਗੀ ਬਤੀਤ ਕਰਦੇ ਹਨ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ੍ਹਾਂ ਜੀਵਾਂ ਨੇ ਵਾਹਿਗੁਰੂ ਜੀ ਨੂੰ ਧਿਆਉਣਾ ਕੀਤਾ ਹੈ ਉਹ ਮੁਕਤ ਹੋ ਗਏ ਹਨ, ਵਿਕਾਰਾਂ ਤੋਂ ਮੁਕਤ ਹੋ ਗਏ, ਜੰਮਣ ਮਰਨ ਤੋਂ ਮੁਕਤ ਹੋ ਗਏ। ਤਿੰਨ ਟੂਟੀ ਜਮ ਕੀ ਫਾਸੀ, ਤੇ ਉਹਨਾਂ ਦੀ ਜਮਾਂ ਦੀ ਫਾਹੀ ਜਿਹੜੀ ਟੁੱਟ ਜਾਂਦੀ ਹੈ, ਉਹ ਜੰਮਣ ਤੇ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ। ਜਿਨ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਉਸ ਨਿਰਭਉ, ਜਿਹੜਾ ਪ੍ਰਮਾਤਮਾ ਕਿਸੇ ਤੋਂ ਡਰਦਾ ਨਹੀਂ, ਜਿਸ ਵਾਹਿਗੁਰੂ ਨੂੰ ਕਿਸੇ ਦਾ ਭਉ ਨਹੀਂ, ਜਿਨ੍ਹਾਂ ਨੇ ਵੀ ਉਸ ਨਿਰਭਉ ਨੂੰ ਧਿਆਉਣਾ ਕੀਤਾ, ਫਿਰ ਬਖਸ਼ਿਸ਼ ਇਹ ਹੋਈ ਵੀ ਉਹ ਆਪ ਡਰ ਤੋਂ ਰਹਿਤ ਹੋ ਗਏ। ਕਿਉਂਕਿ ਜਿਹੋ ਜੀ ਦੀ ਸੇਵਨਾ ਕਰਾਂਗੇ ਉਵੇਂ ਦੇ ਹੀ ਬਣ ਜਾਗੇ ਨਾ। ਜੈਸਾ ਸੇਵੈ ਤੈਸੋ ਹੋਏ। ਜਿਵੇਂ ਜੀ ਦੀ ਸੇਵਨਾ ਕਰਾਂਗੇ ਉਵੇਂ ਦੇ ਬਣ ਜਾਵਾਂਗੇ। ਤੋ ਜਿਸ ਵਾਹਿਗੁਰੂ ਜੀ ਨੂੰ ਧਿਆਉਣਾ ਕਰਦੇ ਹਾਂ ਉਹ ਵਾਹਿਗੁਰੂ ਆਪ ਨਿਰਭਉ ਹੈ, ਤੇ ਜਿਹੜਾ ਨਿਰਭਉ ਨੂੰ ਧਿਆਏਗਾ ਫਿਰ ਉਹਦਾ ਵੀ ਡਰ ਦੂਰ ਹੋ ਜਾਂਦਾ ਹੈ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਜਿਨ੍ਹਾਂ ਨੇ ਵੀ ਮੇਰੇ ਵਾਹਿਗੁਰੂ ਜੀ ਨੂੰ ਸੇਵਨਾ ਕੀਤਾ, ਸਿਮਰਨਾ ਕੀਤਾ, ਧਿਆਉਣਾ ਕੀਤਾ, ਫਿਰ ਉਹ ਉਸ ਵਾਹਿਗੁਰੂ ਜੀ ਦਾ ਹੀ ਰੂਪ ਹੋ ਜਾਂਦੇ ਹਨ, ਉਸ ਵਾਹਿਗੁਰੂ ਜੀ ਦੇ ਵਿੱਚ ਲੀਨ ਹੋ ਜਾਂਦੇ ਹਨ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਉਹ ਧਨਤਾ ਦੇ ਯੋਗ ਹਨ, ਬੜੇ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਉਸ ਵਾਹਿਗੁਰੂ ਜੀ ਨੂੰ ਧਿਆਉਣਾ ਕੀਤਾ ਹੈ। ਤੇ ਦਾਸ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹਨ ਕਿ ਅਸੀਂ ਉਹਨਾਂ ਤੋਂ ਸਦਕੇ ਜਾਂਦੇ ਹਾਂ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਮਹਾਰਾਜ ਕਹਿੰਦੇ ਤੇਰੀ ਭਗਤ। ਇੱਥੇ ਹੁਣ ਭਗਤ ਤੱਤੇ ਦੇ ਸਿਹਾਰੀ ਹੈ, ਭਾਵ ਇੱਥੇ ਭਗਤੀ ਤੋਂ ਭਾਵ ਲੈਣਾ। ਇੱਥੇ ਹੇ ਵਾਹਿਗੁਰੂ ਜੀ, ਤੇਰੀ ਭਗਤੀ ਦੇ ਭੰਡਾਰੇ ਭਰੇ ਹੀ ਹੋਏ ਹਨ, ਤੇ ਬੇਅੰਤ ਖਜ਼ਾਨੇ ਤੇਰੇ ਭਗਤੀ ਦੇ ਭਰੇ ਹੋਏ ਹਨ। ਤੇਰੀ ਭਗਤੀ ਦੀ ਕਦੀ ਤੋਟ ਨਹੀਂ ਪੈ ਸਕਦੀ, ਕਦੀ ਥੋੜ ਨਹੀਂ ਆ ਸਕਦੀ। ਭਗਤੀ ਦੇ ਭੰਡਾਰੇ ਤੇਰੇ ਬੇਅੰਤ ਜਿਹੜੇ ਇਹ ਖਜ਼ਾਨੇ ਹਨ ਉਹ ਭਰੇ, ਸਦਾ ਵਾਸਤੇ ਭਰੇ ਹੋਏ ਹਨ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਹੁਣ ਇੱਥੇ ਤੇਰੇ ਭਗਤ, ਹੁਣ ਇੱਥੇ ਭਗਤ ਜਿਹੜਾ ਭਗਤੀ ਕਰਦਾ ਹੈ ਉਸ ਭਗਤ ਦਾ ਜ਼ਿਕਰ ਆ ਗਿਆ, ਕਿਉਂਕਿ ਪੱਬਾ ਗੱਗਾ ਤੇ ਤੱਤਾ ਮੁਕਤਾ ਹੈ, ਬਹੁ ਵਚਨ ਹੈ, ਭਾਵ ਕਈ ਭਗਤਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਵੀ ਜੀਵ ਤੇਰੀ ਭਗਤੀ ਕਰਦੇ ਹਨ। ਤੋਂ ਪਹਿਲਾਂ ਪ੍ਰਮਾਤਮਾ ਦੀ ਭਗਤੀ ਦੇ ਭੰਡਾਰੇ ਭਰੇ ਹਨ, ਇਹ ਗੱਲ ਕੀਤੀ ਹੈ। ਕਿਉਂਕਿ ਜੇ ਉਹਦੀ ਭਗਤੀ ਦੇ ਭੰਡਾਰੇ ਭਰੇ ਹੋਏ ਹਨ
ਤਾਂ ਹੀ ਉਹਦੀ ਭਗਤੀ ਹੋ ਸਕਦੀ ਹੈ। ਉਹਦੇ ਨਾਮ ਦੇ ਖਜ਼ਾਨੇ ਸਦਾ ਹੀ ਭਰੇ ਹਨ, ਤਾਂ ਹੀ ਉਹਦਾ ਨਾਮ ਜਪਿਆ ਜਾ ਸਕਦਾ ਹੈ। ਤੋ ਇਸ ਕਰਕੇ ਜੇ ਉਹਦੇ ਭਗਤੀ ਦੇ ਭੰਡਾਰੇ ਸਦਾ ਵਾਸਤੇ ਭਰੇ ਨੇ ਤਾਂ ਫਿਰ ਮਹਾਰਾਜ ਕਹਿੰਦੇ ਫਿਰ ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨੇਕ ਅਨੇਕ ਅਨੰਤਾ, ਅਨੇਕਾਂ ਤੇ ਬੇਅੰਤ ਤੇਰੇ ਭਗਤ ਜਿਹੜੇ ਹਨ ਉਹ ਤੈਨੂੰ ਸਲਾਹੁੰਦੇ ਹਨ, ਤੇਰੀ ਭਗਤੀ ਕਰ ਰਹੇ ਹਨ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਪ ਤਪ ਹੈ ਜਪ ਹੈ ਬੇਅੰਤਾ। ਅਨੇਕ ਹੀ ਜੀਵ ਹਨ ਜਿਹੜੇ ਤੇਰੀ ਪੂਜਾ ਕਰਦੇ ਹਨ ਔਰ ਅਨੇਕਾਂ ਪ੍ਰਕਾਰ ਦੀ ਪੂਜਾ ਕੀਤੀ ਜਾਂਦੀ ਹੈ। ਅਨੇਕ ਜੀਵ ਤੈਨੂੰ ਮਿਲਣ ਵਾਸਤੇ ਤਪ ਸਾਧ ਰਹੇ ਹਨ, ਅਨੇਕਾਂ ਪ੍ਰਕਾਰ ਦੀ ਜਿਹੜੀ ਭਗਤੀ ਕਰ ਰਹੇ ਹਨ। ਤੇਰੇ ਅਨੇਕ ਪੜ੍ਹੈ ਬੋ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਅਨੇਕਾਂ ਤੇਰੇ ਸੇਵਕ ਜਿਹੜੇ ਤੇਰੇ ਸਿਮਰਤੀਆਂ ਸ਼ਾਸਤਰਾਂ ਦਾ ਪਾਠ ਪੜ੍ਹਦੇ ਹਨ, ਭਾਵ ਕਿ ਜਿਹੜੇ ਇਹ ਧਾਰਮਿਕ ਗ੍ਰੰਥ ਦੱਸੇ ਜਾਂਦੇ ਹਨ, ਅਨੇਕਾਂ ਹੀ ਜੀਵ ਹਨ ਜਿਹੜੇ ਉਹਨਾਂ ਦਾ ਪਾਠ ਕਰ ਰਹੇ ਹਨ। ਤੇ ਕਰ ਕਿਰਿਆ ਖਟ ਕਰਮ ਕਰੰਤਾ, ਖਟ ਦਾ ਅਰਥ ਹੁੰਦਾ 6, ਤੇ ਕਈ ਤੇਰੇ ਉਹਨਾਂ ਗ੍ਰੰਥਾਂ ਦੇ ਵਿੱਚ ਜਿਹੜੇ 6 ਧਾਰਮਿਕ ਕੰਮ ਦੱਸੇ ਹੋਏ ਹਨ ਤੇ ਹੋਰ ਕਰਮ ਹਨ ਉਹ ਕਰਦੇ ਹਨ। ਇੱਥੇ ਇੱਕ ਫਿਰ ਉਹੀ ਗੱਲ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਤੋਂ ਕੁਝ ਗ੍ਰੰਥਾਂ ਦਾ ਜ਼ਿਕਰ ਕੀਤਾ ਹੈ ਪਰ ਇਹਦਾ ਭਾਵ ਅਸੀਂ ਸਮੁੱਚੇ ਕਰਮ ਹੀ ਲੈਣਾ ਹੈ। ਚਲੋ ਜੇ 6 ਕਰਮ ਲਿਖੇ ਹੈ ਤਾਂ 6 ਕਰਮ ਵੀ ਦੱਸੇ ਜਾਂਦੇ ਹਨ। 6 ਕਰਮ ਕਿਹੜੇ ਕਿਹੜੇ ਹਨ? ਮਹਾਰਾਜ ਕਹਿੰਦੇ 6 ਕਰਮ ਕਿਹੜੇ ਹਨ ਕਿ ਵਿੱਦਿਆ ਪੜ੍ਹਨੀ ਤੇ ਪੜ੍ਹਾਉਣੀ, ਜਗ ਕਰਨਾ ਤੇ ਜਗ ਕਰਾਉਣਾ, ਦਾਨ ਦੇਣਾ ਤੇ ਦਾਨ ਲੈਣਾ। ਇਹ 6 ਪ੍ਰਕਾਰ ਦੇ ਕਰਮ ਇਹਨਾਂ ਸਿਮਰਤੀਆਂ ਸ਼ਾਸਤਰਾਂ ਦੇ ਵਿੱਚ ਦੱਸੇ ਹੋਏ ਹਨ। ਮਹਾਰਾਜ ਕਹਿੰਦੇ ਇਸ ਪ੍ਰਕਾਰ ਅਨੇਕਾਂ ਜੀਵ ਉਹਨਾਂ ਕਰਮਾਂ ਨੂੰ ਕਮਾਉਣ ਵਾਲੇ ਹਨ, ਭਾਵ ਆਪੋ ਆਪਣੇ ਧਰਮ ਅਨੁਸਾਰ ਅਨੇਕਾਂ ਕਰਮ ਜਿਹੜੇ ਹਨ ਉਹ ਕਮਾਏ ਜਾ ਰਹੇ ਹਨ, ਉਹ ਕੀਤੇ ਜਾ ਰਹੇ ਹਨ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਸੇ ਭਗਤ ਭਲੇ ਜਨ ਨਾਨਕ ਜੀ। ਹੇ ਦਾਸ ਨਾਨਕ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਨ ਕਿ ਅਨੇਕਾਂ ਪ੍ਰਕਾਰ ਦੇ ਕਰਮ ਕੀਤੇ ਜਾ ਰਹੇ ਹਨ, ਅਨੇਕਾਂ ਪ੍ਰਕਾਰ ਦੀ ਪੂਜਾ ਕੀਤੀ ਜਾ ਰਹੀ ਹੈ, ਪਰ ਮਹਾਰਾਜ ਕਹਿੰਦੇ ਉਹੀ ਭਗਤ ਭਲੇ ਹਨ ਜੋ ਭਾਵ ਹੈ ਮੇਰੇ ਹਰ ਭਗਵੰਤਾ, ਜਿਹੜੇ ਮੇਰੇ ਪਿਆਰੇ ਵਾਹਿਗੁਰੂ ਨੂੰ ਚੰਗੇ ਲੱਗ ਗਏ ਹਨ। ਤੋ ਕਰਮ ਤਾਂ ਬੜੇ ਕੀਤੇ ਜਾ ਰਹੇ ਆ, ਪੂਜਾ ਬੜੇ ਪ੍ਰਕਾਰ ਦੀ ਕੀਤੀ ਜਾ ਰਹੀ ਹੈ, ਪਰ ਜਿਹੜੇ ਭਗਤ ਪਰਮਾਤਮਾ ਨੂੰ ਚੰਗੇ ਲੱਗਦੇ ਹਨ, ਜਿਹੜੇ ਭਾ ਗਏ ਹਨ, ਉਹੀ ਭਗਤ ਚੰਗੇ ਹਨ। ਬਾਬਾ ਫਰੀਦ ਸਾਹਿਬ ਚੰਗੇ ਹੈ ਕਿਉਂਕਿ ਉਹ ਪਰਮਾਤਮਾ ਨੂੰ ਭਾ ਗਏ ਹਨ। ਭਗਤ ਰਵਿਦਾਸ ਜੀ ਚੰਗੇ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਮਹਾਨ ਨੇ ਕਿਉਂਕਿ ਉਹ ਉਸ ਪਰਮਾਤਮਾ ਨੂੰ ਭਾ ਗਏ ਹਨ, ਚੰਗੇ ਲੱਗਦੇ ਹਨ ਜੀ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵਡ ਅਵਰ ਨਾ ਕੋਈ। ਤੂੰ ਆਦ, ਤੂੰ ਜੀਵਾਂ ਦਾ ਮੁੱਢ ਹੈ, ਹਰ ਥਾਂ ਤੇ ਵਿਆਪਕ ਹੈ, ਅਪਰੰਪਰ ਹੈ, ਤੇਰਾ ਕੋਈ ਉਰਲਾ ਪਰਲਾ ਬੰਨਾ ਨਹੀਂ, ਤੂੰ ਬੇਅੰਤ ਹੈ, ਸਭ ਨੂੰ ਸਾਜਣ ਵਾਲਾ ਹੈ। ਤੁਧ ਜੇਵੜ ਅਵਰ ਨਾ ਕੋਈ, ਤੇ ਤੇਰੇ ਵਰਗਾ ਹੋਰ ਕੋਈ ਵੀ ਨਹੀਂ ਹੈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਹੇ ਵਾਹਿਗੁਰੂ ਜੀ, ਤੂੰ ਸਾਰੇ ਯੁੱਗਾਂ ਦੇ ਵਿੱਚ ਆਪ ਹੀ ਆਪ ਹੈ ਤੇ ਨਿਹਚਲ ਹੈ, ਭਾਵ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਨੂੰ ਪੈਦਾ ਕਰਨ ਵਾਲਾ ਹੈ, ਸਭ ਨੂੰ ਬਣਾਉਣ ਵਾਲਾ ਹੈ, ਸਾਰਿਆਂ ਦਾ ਕਰਤਾ ਹੈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। ਜੋ ਤੈਨੂੰ ਭਾਉਂਦਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ, ਇਸ ਸ੍ਰਿਸ਼ਟੀ ਦੇ ਵਿੱਚ ਉਹੀ ਕੁਝ ਹੁੰਦਾ ਹੈ। ਜੋ ਤੈਨੂੰ ਭਾ ਜਾਂਦਾ ਹੈ ਉਹੀ ਕੁਝ ਇਸ ਦੁਨੀਆ ਦੇ ਵਿੱਚ ਵਰਤ ਰਿਹਾ ਹੈ। ਤੂੰ ਆਪੇ ਕਰੇ ਸੋ ਹੋਈ, ਜੋ ਕੁਝ ਤੂੰ ਆਪ ਕਰਦਾ ਹੈ ਉਹੀ ਕੁਝ ਇਸ ਸ੍ਰਿਸ਼ਟੀ ਦੇ ਵਿੱਚ ਹੋ ਰਿਹਾ ਹੈ। ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਹੇ ਵਾਹਿਗੁਰੂ ਜੀ, ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ ਤੇ ਆਪ ਹੀ ਤੂੰ ਇਹਦਾ ਨਾਸ਼ ਕਰਦਾ ਹੈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਸਤਿਗੁਰੂ ਜੀ ਕਹਿੰਦੇ ਦਾਸ ਨਾਨਕ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਜਿਹੜਾ ਹਰੇਕ ਜੀਵ ਦੇ ਦਿਲਾਂ ਦੀ ਜਾਣਨ ਵਾਲਾ ਹੈ, ਜੋ ਸਭ ਸਹਿ ਕਾ ਜਾਣੋਈ, ਜੋ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਹੈ। ਤੋ ਇਹ ਇਸ ਸ਼ਬਦ ਦੀ ਵਿਚਾਰ ਹੈ। ਇਸ ਤੋਂ ਅਗਲਾ ਸ਼ਬਦ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੈ। ਆਓ ਸਰਵਣ ਕਰੀਏ ਜੀ।
ਆਸਾ ਮਹੱਲਾ ਚੌਥਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਸਾ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਤੂੰ ਕਰਤਾ ਸਚਿਆਰ ਮੈਡਾ ਸਾਈ। ਹੇ ਵਾਹਿਗੁਰੂ ਜੀ, ਤੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਸਚਿਆਰ ਹੈ ਤੇ ਮੇਰਾ ਖਸਮ ਹੈ। ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਓ। ਵਾਹਿਗੁਰੂ ਜੀ, ਜੋ ਤੈਨੂੰ ਭਾਉਂਦਾ ਹੈ ਉਹੀ ਕੁਝ ਹੁੰਦਾ ਹੈ। ਜੋ ਤੂੰ ਦੇਹ ਸੋਈ ਹੋ ਪਾਈ, ਤੇ ਜੋ ਕੁਝ ਤੂੰ ਦਿੰਦਾ ਹੈ ਉਹੀ ਕੁਝ ਮੈਂ ਪ੍ਰਾਪਤ ਕਰਦਾ ਹਾਂ। ਇਹ ਰਹਾਓ ਦੇ ਬਚਨ ਨੇ ਸਾਧ ਸੰਗਤ। ਭਾਵ ਇਸ ਪੂਰੇ ਸ਼ਬਦ ਦਾ ਇਹ ਸੈਂਟਰਲ ਆਈਡੀਆ ਹੈ, ਜਿਹਦੇ ਵਿੱਚ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਦੇ ਹਨ ਕਿ ਹੈ ਵਾਹਿਗੁਰੂ ਜੀ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ ਤੇ ਤੂੰ ਹੀ ਮੇਰਾ ਖਸਮ ਹੈ। ਜੋ ਕੁਝ ਤੈਨੂੰ ਭਾਉਂਦਾ ਹੈ ਉਹੀ ਇਸ ਸ੍ਰਿਸ਼ਟੀ ਦੇ ਵਿੱਚ ਹੋ ਰਿਹਾ ਹੈ। ਜੋ ਕੁਝ ਤੂੰ ਦੇ ਰਿਹਾ ਹੈ ਉਹੀ ਕੁਝ ਅਸੀਂ ਪ੍ਰਾਪਤ ਕਰ ਰਹੇ ਹਾਂ। ਜੋ ਕੁਝ ਤੂੰ ਨਹੀਂ ਦੇਣਾ ਚਾਹੁੰਦਾ ਉਹ ਕੁਝ ਨਹੀਂ ਮਿਲ ਸਕਦਾ। ਇਸ ਕਰਕੇ ਸਾਨੂੰ ਜੋ ਵੀ ਕੁਝ ਮਿਲ ਰਿਹਾ ਹੈ ਉਹ ਆਪਣੀ ਮਰਜ਼ੀ ਨਾਲ ਨਹੀਂ, ਉਹ ਵਾਹਿਗੁਰੂ ਦੀ ਮਰਜ਼ੀ ਨਾਲ ਮਿਲ ਰਿਹਾ। ਤੋ ਇਹ ਰਹਾਓ ਦਾ ਬਚਨ ਜਿਹੜੇ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਸਭ ਤੇਰੀ ਤੂੰ ਸਭਨੀ ਧਿਆਇਆ। ਹੇ ਵਾਹਿਗੁਰੂ, ਸਾਰੀ ਸ੍ਰਿਸ਼ਟੀ ਤੇਰੀ ਹੈ ਤੇ ਸਾਰੇ ਜੀਵ ਤੈਨੂੰ ਹੀ ਸਿਮਰ ਰਹੇ ਹਨ। ਜਿਸਨੋ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ। ਤੇ ਜਿਸ ਤੇ ਤੂੰ ਕਿਰਪਾ ਕਰਦਾ ਹੈ, ਸਾਰੇ ਤੈਨੂੰ ਚੇਤੇ ਤਾਂ ਕਰ ਰਹੇ ਹਨ, ਪਰ ਤੇਰਾ ਨਾਮ ਰਤਨ ਉਹਨੂੰ ਹੀ ਲੱਭਦਾ ਹੈ ਜਿਹਦੇ ਤੇ ਤੇਰੀ ਕਿਰਪਾ ਹੁੰਦੀ ਹੈ, ਜਿਹਦੇ ਤੇ ਤੇਰੀ ਬਖਸ਼ਿਸ਼ ਹੁੰਦੀ ਹੈ। ਗੁਰਮੁਖ ਲਾਦਾ ਮਨ ਮੁਖ ਗਵਾਇਆ। ਹੁਣ ਕਿਹਨੂੰ ਉਹ ਨਾਮ ਦਾ ਰਤਨ ਮਿਲਦਾ ਹੈ, ਕਿਹਨੂੰ ਉਹ ਲੱਭ ਗਿਆ? ਮਹਾਰਾਜ ਕਹਿੰਦੇ ਉਹਨੂੰ ਲੱਭ ਜਾਂਦਾ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ। ਗੁਰੂ ਦੇ ਸਨਮੁਖ ਜਿਹੜਾ ਰਹਿੰਦਾ ਹੈ ਉਹਨੂੰ ਨਾਮ ਰਤਨ ਲੱਭ ਗਿਆ ਹੈ, ਤੇ ਜਿਹੜਾ ਆਪਣੇ ਮਨ ਦੇ ਪਿੱਛੇ ਚੱਲਦਾ ਹੈ ਉਹਨੇ ਨਾਮ ਰਤਨ ਨੂੰ ਗਵਾ ਲਿਆ ਹੈ। ਤੋ ਮਹਾਰਾਜ ਕਹਿੰਦੇ ਮਨ ਦੇ ਪਿੱਛੇ ਤੁਰਨ ਵਾਲੇ ਇਸ ਨਾਮ ਨੂੰ ਗਵਾ ਲੈਂਦੇ ਹਨ, ਤੇ ਗੁਰੂ ਦੇ ਸਨਮੁਖ ਹੋਣ ਵਾਲੇ, ਗੁਰੂ ਦੇ ਪਿੱਛੇ ਚੱਲਣ ਵਾਲੇ ਇਸ ਨਾਮ ਰਤਨ ਨੂੰ ਲੱਭ ਲੈਂਦੇ ਹਨ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਹੇ ਵਾਹਿਗੁਰੂ ਜੀ, ਇਸ ਜੀਵ ਦੇ ਵੀ ਕੀ ਵਸ? ਤੂੰ ਆਪ ਹੀ ਆਪਣੇ ਤੋਂ ਵਿਛੋੜਦਾ ਹੈ ਤੇ ਆਪ ਹੀ ਆਪਣੇ ਨਾਲ ਮਿਲਾਉਂਦਾ ਹੈ। ਤੂੰ ਦਰਿਆਓ ਸਭ ਤੁਝ ਹੀ ਮਾਹੇ। ਤੂੰ ਦਰਿਆ ਹੈ ਤੇ ਸਾਰੇ ਤੇਰੇ ਵਿੱਚ ਹੀ ਹਨ, ਤੇਰੇ ਤੋਂ ਬਾਹਰ ਕੋਈ ਨਹੀਂ ਹੈ। ਤੁਝ ਬਿਨ ਦੂਜਾ ਕੋਈ ਨਾਹੀ। ਤੇਰੇ ਤੋਂ ਬਿਨਾ ਹੋਰ ਕੋਈ ਵੀ ਨਹੀਂ ਹੈ, ਹਰ ਕੁਝ ਤੂੰ ਹੀ ਤੂੰ ਹੈ। ਜੀ ਜੰਤ ਸਭ ਤੇਰਾ ਖੇਲ। ਸਾਰੇ ਜੀਵ ਜੰਤ ਜਿਹੜੇ ਹਨ ਇਹ ਸਾਰੇ ਤੇਰੀ ਹੀ ਰਚੀ ਹੋਈ ਖੇਡ ਹਨ। ਹੇ ਵਾਹਿਗੁਰੂ ਜੀ, ਇਹ ਸਾਰੇ ਤਮਾਸ਼ੇ ਤੇਰੇ ਹੀ ਹਨ। ਆ ਜਿੰਨੇ ਵੀ ਜੀਵ ਜੰਤੂ ਵੇਖ ਰਹੇ ਹਾਂ ਇਹ ਸਾਰੀ ਖੇਡ ਤੇਰੀ ਹੀ ਰਚੀ ਹੋਈ ਹੈ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਤੇ ਜਿਨ੍ਹਾਂ ਦੇ ਮੱਥੇ ਤੇ ਵਿਜੋਗ ਦੇ ਲੇਖ ਲਿਖੇ ਹਨ, ਹੇ ਵਾਹਿਗੁਰੂ ਜੀ, ਉਹ ਤੇਰੇ ਤੋਂ ਵਿਛੜ ਜਾਂਦੇ ਹਨ, ਤੇ ਜਿਨ੍ਹਾਂ ਦੇ ਤੂੰ ਸੰਜੋਗ ਦੇ ਲੇਖ ਲਿਖ ਦਿੱਤੇ ਉਹ ਸੰਜੋਗ ਦੇ ਲੇਖਿਆਂ ਦੇ ਸਦਕਾ ਉਹ ਤੈਨੂੰ ਮਿਲ ਜਾਂਦੇ ਹਨ। ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ। ਜਿਸਨੋ ਤੂੰ ਜਾਣਾਏ ਸੋਈ ਜਨ ਜਾਣੈ। ਹੇ ਵਾਹਿਗੁਰੂ ਜੀ, ਜਿਹਨੂੰ ਤੂੰ ਆਪ ਸੋਝੀ ਬਖਸ਼ਦਾ ਹੈ, ਜਿਹਨੂੰ ਤੂੰ ਆਪ ਜਨਾਉਣਾ ਹੈ, ਉਹੀ ਤੇਰੇ ਨਾਲ ਸਾਂਝ ਪਾ ਸਕਦੇ ਹਨ, ਉਹਨਾਂ ਨੂੰ ਹੀ ਤੇਰੀ ਸੋਝੀ ਆ ਸਕਦੀ ਹੈ। ਹਰ ਗੁਣ ਸਦਹੀ ਆਖ ਵਖਾਣੈ। ਤੇ ਉਹ ਮਨੁੱਖ ਫਿਰ ਸਦਾ ਤੇਰੇ ਗੁਣ ਗਾਉਂਦੇ ਹਨ ਤੇ ਮੁੱਖੋਂ ਬੋਲ ਬੋਲ ਕੇ ਉਚਾਰਦੇ ਹਨ, ਵਖਿਆਨ ਵੀ ਕਰਦੇ ਹਨ। ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਜਿਨ੍ਹਾਂ ਨੇ ਵੀ ਪਰਮਾਤਮਾ ਨੂੰ ਧਿਆਉਣਾ ਕੀਤਾ ਹੈ, ਸਿਮਰਨਾ ਕੀਤਾ ਹੈ, ਉਹਨਾਂ ਨੂੰ ਫਿਰ ਸੁਖ ਪ੍ਰਾਪਤ ਹੁੰਦਾ ਹੈ। ਸਹਜੇ ਹੀ ਹਰ ਨਾਮ ਸਮਾਇਆ। ਸਹਿਜੇ ਹੀ, ਤੇ ਉਹ ਫਿਰ ਆਤਮਕ ਅਡੋਲਤਾ ਦੀ ਅਵਸਥਾ 'ਚ ਪਹੁੰਚ ਜਾਂਦੇ ਹਨ। ਭਾਵ ਉਹ ਫਿਰ ਡੋਲਦੇ ਨਹੀਂ ਤੇ ਵਾਹਿਗੁਰੂ ਜੀ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਹੇ ਵਾਹਿਗੁਰੂ ਜੀ, ਤੂੰ ਆਪ ਹੀ ਕਰਤਾ ਹੈ, ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈ, ਤੇ ਸਭ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ। ਜੋ ਕੁਝ ਹੋ ਰਿਹਾ ਹੈ ਉਹ ਤੇਰੇ ਹੁਕਮ ਨਾਲ ਹੋ ਰਿਹਾ ਹੈ। ਤੁਧ ਬਿਨ ਦੂਜਾ ਅਵਰ ਨਾ ਕੋਏ। ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਹੈ। ਤੂੰ ਕਰ ਕਰ ਵੇਖੈ ਜਾਣਹਿ ਸੋਏ। ਤੂੰ ਆਪ ਹੀ ਇਹ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਤੇ ਆਪ ਹੀ ਉਹਨਾਂ ਦੇ ਦਿਲਾਂ ਦੀ ਜਾਣਦਾ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਵੀ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦੇ ਹਨ, ਗੁਰੂ ਦੀ ਸ਼ਰਨ ਆ ਜਾਂਦੇ ਹਨ, ਫਿਰ ਉਹਨਾਂ ਦੇ ਅੰਦਰ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਹਰ ਥਾਂ ਤੇ ਪ੍ਰਮਾਤਮਾ ਮੌਜੂਦ ਹੈ,
ਪਰ ਪ੍ਰਗਟ ਉਹਨਾਂ ਦੇ ਹਿਰਦੇ 'ਚ ਹੁੰਦਾ ਹੈ ਜਿਹੜੇ ਗੁਰੂ ਦੇ ਸਨਮੁਖ ਹੋ ਗਏ। ਇਹ ਗੱਲ ਸਮਝਣ ਦਾ ਯਤਨ ਕਰਿਓ। ਜਿਵੇਂ ਹਰ ਲੱਕੜ ਦੇ ਵਿੱਚ ਅੱਗ ਹੈ ਪਰ ਦਿਖਦੀ ਨਹੀਂ, ਜਦੋਂ ਬਾਹਰੋਂ ਤੀਲੀ ਲਾਈ ਜਾਂਦੀ ਹੈ ਫਿਰ ਉਹ ਜਿਹੜੀ ਅੱਗ ਅੰਦਰ ਗੁਪਤ ਰੂਪ ਦੇ ਵਿੱਚ ਸੀ ਉਹ ਪ੍ਰਗਟ ਹੋ ਜਾਂਦੀ ਹੈ, ਦਿਖਣ ਵੀ ਲੱਗ ਜਾਂਦੀ ਹੈ। ਤੋ ਇਸੇ ਪ੍ਰਕਾਰ ਵਾਹਿਗੁਰੂ ਹਰ ਥਾਂ 'ਤੇ ਮੌਜੂਦ ਹੈ, ਪਰ ਜਿਹੜੇ ਸਤਿਗੁਰੂ ਦੀ ਸ਼ਰਣੀ ਆਉਂਦੇ ਹਨ ਫਿਰ ਉਹਨਾਂ ਦੇ ਅੰਦਰ ਪਰਮਾਤਮਾ ਪ੍ਰਗਟ ਰੂਪ ਦੇ ਵਿੱਚ ਵਰਤਦਾ ਹੈ। ਫਿਰ ਉੱਥੇ ਮਿਲੇ ਪ੍ਰਤੱਖ ਗੁਸਾਈਆਂ, ਧੰਨਾ ਵਡਭਾਗਾ ਵਾਲੀ ਗੱਲ ਬਣ ਜਾਂਦੀ ਹੈ। ਤੋ ਇੱਥੋਂ ਤੱਕ ਆਪਾਂ ਵਿਚਾਰ ਕੀਤੀ ਸਾਧ ਸੰਗਤ। ਇਸ ਤੋਂ ਬਾਅਦ ਫਿਰ 2 ਹੋਰ ਸ਼ਬਦ ਨੇ, ਔਰ ਉਹ 2 ਸ਼ਬਦਾਂ ਤੋਂ ਬਾਅਦ ਇਹ ਸੋਧਰ ਬਾਣੀ ਦੀ ਜਿਹੜੀ ਵਿਚਾਰ ਸਮਾਪਤ ਹੋਏਗੀ। ਉਸ ਤੋਂ ਬਾਅਦ ਫਿਰ ਸੋਹਿਲਾ ਸਾਹਿਬ ਦੀ ਬਾਣੀ ਪ੍ਰਾਰੰਭ ਹੋਏਗੀ। ਇੱਥੋਂ ਤੱਕ ਆਪਾਂ ਨੇ ਵਿਚਾਰ ਕਰਨਾ ਕੀਤੀ ਹੈ। ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਜੀ ਬਖਸ਼ਿੰਦ ਹਨ, ਬਖਸ਼ ਲੈਣਾ ਜੀ। ਆਓ ਆਖਰੀ 2 ਤੁਕਾਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ, ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਤੂੰ ਕਰ ਕਰ ਵੇਖੈ ਜਾਣਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।